ਕੈਪਟਨ ਸਾਹਿਬ ਨੇ ਨਵੀਂ ਸਰਕਾਰ ਬਣਾਉਣੀ ਸੀ ਜੀ, ਜਦੋਂ ਨੇ ਏਜੰਡਾ ਜਾਰੀ ਕੀਤਾ ਸੀ ਸਰਕਾਰ ਬਣਾਉਣ ਵਾਸਤੇ ਇਲੈਕਸ਼ਨ ਲੜਨ ਲਈ, ਉਹ 'ਚ ਨੇ ਦੱਸਿਆ ਸੀ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਸੀ ਪਹਿਲ ਦੇ ਆਧਾਰ ਤੇ ਜਿਹੜੀਆਂ ਅਸੀਂ ਮੰਨਾਂਗੇ। ਇਹਨਾਂ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉਹਦੇ ਵਿੱਚ ਵੀ ਲਿਖਿਆ ਸੀ, ਪਰ ਉਹਦੇ ਦਰਮਿਆਨ ਇੱਕ ਵੀ ਸਾਡੀ ਜਿਹੜੀ 4-4.5 'ਚ ਕੋਈ ਮੰਗ ਪੂਰੀ ਨਹੀਂ ਹੋਈ। ਇਸ ਵਾਰੀ ਸਾਡੀ ਆਰ-ਪਾਰ ਦੀ ਲੜਾਈ ਹੈ ਜੀ। ਇਸ ਵਾਰੀ ਅਸੀਂ ਕਿਸੇ ਝਾਂਸੇ ਵਿੱਚ ਨਹੀਂ ਆਉਣਾ, ਕੋਈ ਲਾਰਾ ਲੈ ਕੇ ਨਹੀਂ ਬੈਠਣਾ। ਇਸ ਵਾਰੀ ਅਸੀਂ ਜਿੰਨਾ ਟਾਈਮ ਸਾਡੀਆਂ ਮੰਗਾਂ ਨੂੰ ਪੂਰਨ ਤੌਰ ਤੇ ਮੰਨ ਕੇ ਉਹਨੂੰ ਗਰਾਊਂਡ 'ਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਉਹਨਾਂ ਟਾਈਮ ਤੱਕ ਅਸੀਂ ਸਟ੍ਰਾਈਕ ਤੋਂ ਵਾਪਸ ਨਹੀਂ ਆਵਾਂਗੇ। ਕੋਈ ਵੀ ਕੰਮ ਸਰਕਾਰੀ ਕੰਮਕਾਜ ਜਿਹੜਾ ਸਾਡੇ ਮੁਲਾਜ਼ਮ ਨਹੀਂ ਕਰ ਰਹੇ, ਸਿਰਫ ਅਸੀਂ ਕੋਵਿਡ ਦਾ ਕੰਮ, ਉਹ ਵੀ ਅਸੀਂ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦੇ ਹਾਂ। ਕੋਵਿਡ ਦਾ ਕੰਮ ਜ਼ਰੂਰ ਕਰ ਰਹੇ ਹਾਂ, ਘਰ ਬਹਿ ਕੇ ਆਪਾਂ ਆਪਣੇ, ਪਰ ਦਫ਼ਤਰ ਬਹਿ ਕੇ ਨਹੀਂ। ਹੁਣ ਇਲੈਕਸ਼ਨ ਨੇੜੇ ਆ ਰਹੀ ਹੈ ਤੇ ਤੁਹਾਡੀ ਸਰਕਾਰ ਨੂੰ ਕੀ ਚੇਤਾਵਨੀ ਹੈ? ਦੇਖੋ ਜੀ, ਇਲੈਕਸ਼ਨ ਨੇੜੇ ਆ ਰਹੀ ਹੈ ਤੇ ਸਰਕਾਰ ਨੂੰ ਪਤਾ ਹੈ ਜੀ, ਸਰਕਾਰ ਦੇ ਹਰ ਇੱਕ ਪੋਲ ਖੋਲ੍ਹ ਦਿਆਂਗੇ ਜੇ ਸਰਕਾਰ ਸਾਡੀਆਂ ਮੰਗਾਂ नहीं मानती है। ये देखिए, आज हम पहुंचे हैं जिला प्रबंधकीय ब्लॉक में, जहां पर डिप्टी कमिश्नर कार्यालय के कर्मचारियों की ओर से एक मोटरसाइकिल रैली निकाली जा रही है। इनका कहना है कि सरकार उनकी लंबित मांगों पर गौर नहीं कर रही है। पहले कई बार सरकार के साथ बातचीत हो चुकी है, लेकिन सरकार हर बार आश्वासन तो देती है, लेकिन हमारी मांगों को पूरा नहीं करती। जिन मांगों को मान भी लिया गया है, उसे लेकर भी नोटिफिकेशन जारी नहीं किया जाता है। इसी को लेकर पिछले सोमवार से ये कर्मचारी हड़ताल पर हैं, जिस कारण लोगों के काम नहीं हो रहे हैं, सर्टिफिकेट नहीं बन रहे हैं। यहाँ तक कि रजिस्ट्रियाँ करवाने के लिए जो लोग आ रहे हैं उन्हें रजिस्ट्रियाँ नहीं मिल रही हैं, और भी कई काम होते हैं, ये प्रभावित हो रहे हैं। ये रैली आज शहर के विभिन्न हिस्सों में जाएगी और लोगों को जागरूक करेगी कि किस तरह कैप्टन सरकार कर्मचारियों के साथ सौतेला व्यवहार कर रही है। ਬਿਲਕੁਲ ਇਹਨਾਂ ਕਿਹਾ ਸੀ, ਜਦੋਂ ਕੈਪਟਨ ਸਾਹਿਬ ਨੇ ਨਵੀਂ ਸਰਕਾਰ ਬਣਾਉਣੀ ਸੀ ਜੀ, ਜਦੋਂ ਨੇ ਏਜੰਡਾ ਜਾਰੀ ਕੀਤਾ ਸੀ ਸਰਕਾਰ ਬਣਾਉਣ ਵਾਸਤੇ ਇਲੈਕਸ਼ਨ ਲੜਨ ਲਈ, ਉਹ 'ਚ ਨੇ ਦੱਸਿਆ ਸੀ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਸੀ ਪਹਿਲ ਦੇ ਆਧਾਰ ਤੇ ਜਿਹੜੀਆਂ ਅਸੀਂ ਮੰਨਾਂਗੇ। ਇਹਨਾਂ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉਹਦੇ ਵਿੱਚ ਵੀ ਲਿਖਿਆ ਸੀ, ਪਰ ਉਹਦੇ ਦਰਮਿਆਨ ਇੱਕ ਵੀ ਸਾਡੀ ਜਿਹੜੀ 4-4.5 'ਚ ਕੋਈ ਮੰਗ ਪੂਰੀ ਨਹੀਂ ਹੋਈ ਜੀ। ਹੁਣ ਕਿਹੜੇ ਕੰਮ ਰੁਕੇ ਤੁਹਾਡੇ ਦਫ਼ਤਰ ਦੇ ਵਿੱਚ? ਸਾਡੇ ਜਿਹੜੀ ਮੇਨ ਰਜਿਸਟ੍ਰੇਸ਼ਨ ਦਾ ਜੀ, ਜਿੱਥੇ ਸਰਕਾਰ ਨੂੰ ਰੋਜ਼ 10-15 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਜੀ। ਰੈਜ਼ੀਡੈਂਟ ਸਰਟੀਫਿਕੇਟ ਨੇ, ਮੈਰਿਜ ਸਰਟੀਫਿਕੇਟ ਨੇ, SC ਸਰਟੀਫਿਕੇਟ ਨੇ, BC ਸਰਟੀਫਿਕੇਟ ਨੇ, ਉਹ ਸਾਰੇ ਬੰਦ ਪਏ ਨੇ। ਪੰਜਾਬ ਲੈਵਲ ਪੱਧਰ ਤੇ ਸਟ੍ਰਾਈਕ ਕੀਤੀ ਜਾ ਰਹੀ ਹੈ ਅੱਜ। ਪੰਜਾਬ ਭਰ ਦੇ ਜਿੰਨੇ ਜ਼ਿਲ੍ਹੇ ਜੀ, ਉਹ ਜ਼ਿਲ੍ਹਿਆਂ 'ਚ ਪੰਜਾਬ ਭਰ ਦੇ DC ਦਫ਼ਤਰ ਸਾਰੇ ਕੰਮ ਅੱਜ ਇਸ ਤਰ੍ਹਾਂ ਗੇਟ ਰੈਲੀ ਸਾਰੇ ਪੰਜਾਬ ਲੈਵਲ ਤੇ ਕਰ ਰਹੇ ਜੀ। ਤੁਸੀਂ ਇਹ ਰੈਲੀ ਅੱਜ ਕੱਢੋਗੇ ਤੇ ਫਿਰ ਅਗਲਾ ਪ੍ਰੋਗਰਾਮ ਕੀ ਲਿਖਿਆ ਤੁਸੀਂ? ਅਗਲਾ ਪ੍ਰੋਗਰਾਮ ਸਾਡਾ ਜਿਹੜਾ ਹੈ, ਅੱਜ ਸਾਡੀ ਮੀਟਿੰਗ ਹੈ ਸਟੇਟ ਬਾਡੀ ਦੀ ਸ਼ਾਮ ਨੂੰ, ਉਹ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਫਿਰ ਪ੍ਰੈਸ ਨੋਟ ਜਾਰੀ ਕਰਾਂਗੇ। ਦੇਖੋ, ਹੋਰ ਵੀ ਇੱਥੇ ਲੋਕ ਨੇ, ਉਹਨਾਂ ਨਾਲ ਗੱਲ ਕਰਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਯਾਦਵਿੰਦਰ ਸਿੰਘ ਜੀ, ਪ੍ਰਧਾਨ DC ਆਫਿਸ ਇੰਪਲਾਈਜ਼ ਯੂਨੀਅਨ। ਯਾਦਵਿੰਦਰ ਜੀ, ਦੇਖੋ ਸਰਕਾਰ ਮੰਗਾਂ ਤੇ ਮੰਨ ਰਹੀ, ਹਰ ਵਾਰੀ ਬੁਲਾਉਂਦੀ ਹੈ, ਗੱਲਬਾਤ ਕਰਦੀ, ਪਰ ਇਹ ਕੀ ਸਰਕਾਰ ਵੱਲੋਂ ਤੁਹਾਨੂੰ ਬੁਲਾਇਆ ਵੀ ਨਹੀਂ ਜਾ ਰਿਹਾ? ਕੋਈ ਗੱਲ ਨਹੀਂ ਜੀ, ਜੇ ਸਰਕਾਰ ਨੂੰ ਅਖੀਰੀ ਮਜਬੂਰਨ ਸਾਨੂੰ ਬੁਲਾਉਣਾ ਹੀ ਪੈਣਾ ਆ, ਕਿਉਂਕਿ ਇਸ ਵਾਰੀ ਸਾਡਾ ਇਹ ਪੂਰਾ ਦ੍ਰਿੜ ਇਰਾਦਾ ਹੈ ਕਿ ਅਸੀਂ ਸਰਕਾਰ ਕੋਲ ਆਪਣੀਆਂ ਮੰਗਾਂ ਮਨਵਾ ਕੇ ਹੀ ਪਿੱਛੇ ਹੋਣਾ ਆ। ਇਹ ਵੀ ਦੇਖਿਆ ਜਾਂਦਾ ਵੀ ਤੁਹਾਨੂੰ ਕਈ ਵਾਰੀ ਤੁਸੀਂ ਪਹਿਲੇ ਵੀ ਸਟ੍ਰਾਈਕ ਤੇ ਜਾਂਦੇ ਹੋ, ਸਰਕਾਰ ਵੱਲੋਂ ਬੁਲਾ ਲਿਆ ਜਾਂਦਾ ਹੈ, ਗੱਲਬਾਤ ਹੁੰਦੀ ਹੈ, ਤੁਹਾਨੂੰ ਆਸ਼ਵਾਸਨ ਦੇ ਦਿੱਤਾ ਜਾਂਦਾ ਵੀ ਤੁਹਾਡੀਆਂ ਕੁਝ ਮੰਗਾਂ ਮੰਨ ਲਵਾਂਗੇ, ਪਰ ਫਿਰ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਫਿਰ ਤੁਸੀਂ ਕੁਝ ਦਿਨਾਂ ਬਾਅਦ ਜਾਂ 4-6 ਮਹੀਨੇ ਬਾਅਦ ਸਟ੍ਰਾਈਕ ਤੇ ਆ ਜਾਂਦੇ ਹੋ ਜਾਂ ਪੈਨ ਕਲਮ ਛੋੜ ਹੜਤਾਲ ਕਰ ਦਿੰਦੇ ਹੋ। ਤੇ ਇਸ ਵਾਰੀ ਵੀ ਤੁਹਾਡਾ ਮੰਨ ਲਓਗੇ, ਤੁਸੀਂ ਝਾਂਸੇ 'ਚ ਆ ਜਾਓਗੇ ਜਾਂ ਇਸ ਵਾਰੀ ਤੁਹਾਡੀ ਆਰ-ਪਾਰ ਦੀ ਲੜਾਈ ਹੈ? ਇਸ ਵਾਰੀ ਸਾਡੀ ਆਰ-ਪਾਰ ਦੀ ਲੜਾਈ ਹੈ ਜੀ। ਇਸ ਵਾਰੀ ਅਸੀਂ ਕਿਸੇ ਝਾਂਸੇ ਵਿੱਚ ਨਹੀਂ ਆਉਣਾ, ਕੋਈ ਲਾਰਾ ਲੈ ਕੇ ਨਹੀਂ ਬੈਠਣਾ। ਇਸ ਵਾਰੀ ਅਸੀਂ ਜਿੰਨਾ ਟਾਈਮ ਸਾਡੀਆਂ ਮੰਗਾਂ ਨੂੰ ਪੂਰਨ ਤੌਰ ਤੇ ਮੰਨ ਕੇ ਉਹਨੂੰ ਗਰਾਊਂਡ 'ਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਉਹਨਾਂ ਟਾਈਮ ਤੱਕ ਅਸੀਂ ਸਟ੍ਰਾਈਕ ਤੋਂ ਵਾਪਸ ਨਹੀਂ ਆਵਾਂਗੇ। ਇਸ ਸੰਘਰਸ਼ ਨੂੰ ਹੋਰ ਡੇ ਬਾਏ ਡੇ ਸੰਘਰਸ਼ ਨੂੰ ਹੋਰ ਤਿੱਖਾ ਕਰੀ ਜਾਵਾਂਗੇ। ਮਤਲਬ ਹੋਰ ਕਿਸ ਤਰ੍ਹਾਂ ਤਿੱਖਾ ਕੀਤਾ ਜਾਏਗਾ ਸੰਘਰਸ਼ ਨੂੰ? ਇਹ ਸਾਡੀ ਅੱਜ ਸੂਬਾ ਬੋਡੀ ਦੀ ਦੁਪਹਿਰ ਤੋਂ ਬਾਅਦ ਮੀਟਿੰਗ ਹੈ ਜੀ, ਉਹਦੇ ਵਿੱਚ ਜੋ ਵੀ ਸੂਬਾ ਬੋਡੀ ਦਾ ਜਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਦਾ ਫੈਸਲਾ ਹੋਊਗਾ ਜੀ, ਉਸ ਤੋਂ ਬਾਅਦ ਹੀ ਤੁਹਾਨੂੰ ਇਹਦੇ ਬਾਰੇ। ਤੁਸੀਂ ਕੋਈ ਚਿੱਠੀ ਲਿਖੀ ਸੀ ਸਰਕਾਰ ਨੂੰ ਵੀ ਸਾਡੇ ਨਾਲ ਗੱਲਬਾਤ ਕੀਤੀ ਜਾਵੇ, ਜਾਂ ਆਪਣੇ ਵਿੱਤ ਮੰਤਰੀ ਨੂੰ? ਇੱਕ ਨਹੀਂ ਜੀ, ਅਨੇਕਾਂ ਚਿੱਠੀਆਂ ਲਿਖੀਆਂ ਗਈਆਂ ਪਿਛਲੇ 6 ਮਹੀਨਿਆਂ ਦੇ ਵਿੱਚ। ਇੱਕ ਚਿੱਠੀ ਕੋਈ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ ਕੋਈ ਇਹਦੇ ਬਾਰੇ। ਇਹਦੇ ਸੰਬੰਧ ਵਿੱਚ ਸਾਡੀਆਂ ਕੁਝ ਮੀਟਿੰਗਸ ਵੀ ਹੋਈਆਂ ਨੇ, ਜਿਹਦੇ 'ਚੋਂ ਜ਼ੁਬਾਨੀ ਕੁਝ ਉਹਨਾਂ ਨੇ ਮੰਗਾਂ ਮੰਨੀਆਂ ਵੀ ਹੋਈਆਂ ਨੇ, ਬਟ ਉਹਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਇਸ ਵਾਰੀ ਅਸੀਂ ਨੋਟੀਫਿਕੇਸ਼ਨ ਲਏ ਬਿਨਾਂ ਜਾਂ ਉਹਨੂੰ ਗਰਾਊਂਡ 'ਤੇ ਇੰਪਲੀਮੈਂਟ ਕੀਤੇ ਬਿਨਾਂ ਅਸੀਂ ਪਿੱਛੇ ਹੋਣ ਵਾਲੇ ਨਹੀਂ ਹੈਗੇ। ਮਤਲਬ ਤੁਹਾਡਾ ਇਹ ਕਹਿਣਾ ਕਿ ਸਰਕਾਰ ਤੁਹਾਨੂੰ ਆਸ਼ਵਾਸਨ ਦੇ ਦਿੰਦੀ ਹੈ, ਬਟ ਨੋਟੀਫਿਕੇਸ਼ਨ ਦੀ ਜਦੋਂ ਵਾਰੀ ਆਉਂਦੀ ਹੈ ਉਦੋਂ ਤੁਹਾਨੂੰ ਫਿਰ ਲਾਰਾ ਲੱਪਾ ਕੀਤਾ ਜਾਂਦਾ? ਬਿਲਕੁਲ ਹੀ ਬਿਲਕੁਲ 100% ਇਹ ਤਾਂ ਸਭ ਦੇ ਸਾਹਮਣੇ ਆ ਕਿ ਜ਼ੁਬਾਨੀ ਉਹ ਸਾਡੀਆਂ ਮੰਗਾਂ ਮੰਨ ਲੈਂਦੇ ਨੇ, ਜੋ ਨੋਟੀਫਿਕੇਸ਼ਨ ਕਰਨ ਦੀ ਵਾਰੀ ਆਉਂਦੀ ਉਦੋਂ ਲਾਰੇ ਤੇ ਲਾਰਾ ਲੱਗੀ ਜਾਂਦਾ ਹੈ। ਬਟ ਇਸ ਵਾਰੀ ਉਹ ਚੀਜ਼, ਉਹ ਵਾਲੀ ਰੀਤ ਖਤਮ ਕਰ ਦਿਆਂਗੇ ਅਸੀਂ। ਸਰਕਾਰ ਦਾ ਜਿਹੜਾ ਉਹ ਮਨਸੂਬਾ ਆ ਉਹ ਇਸ ਵਾਰੀ ਨਹੀਂ ਚੱਲਣ ਦਿਆਂਗੇ। ਇਸ ਵਾਰੀ ਸਾਡਾ ਨੋਟੀਫਿਕੇਸ਼ਨ ਹੋਏਗਾ। ਸਾਰੀਆਂ ਜਿੰਨਾ ਤੱਕ ਸਾਨੂੰ ਪੂਰਾ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਸਾਡੀਆਂ ਮੰਗਾਂ ਮੰਨੀਆਂ ਗਈਆਂ ਜਾਂ ਗਰਾਊਂਡ 'ਤੇ ਇੰਪਲੀਮੈਂਟ ਹੋ ਗਈਆਂ, ਉਸ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਜੀ। ਜਿਵੇਂ ਹੁਣ ਇਲੈਕਸ਼ਨ ਨੇੜੇ ਆ ਰਹੀ ਹੈ ਤੇ ਤੁਹਾਡੀ ਸਰਕਾਰ ਨੂੰ ਕੀ ਚੇਤਾਵਨੀ ਹੈ? ਦੇਖੋ ਜੀ, ਇਲੈਕਸ਼ਨ ਨੇੜੇ ਆ ਰਹੀ ਹੈ ਤੇ ਸਰਕਾਰ ਨੂੰ ਪਤਾ ਹੈ ਜੀ, ਸਰਕਾਰ ਦੇ ਹਰ ਇੱਕ ਪੋਲ ਖੋਲ੍ਹ ਦਿਆਂਗੇ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਤੇ ਪੋਲ ਕਿਸ ਤਰ੍ਹਾਂ ਦੇ ਪੋਲ ਹੀ ਤੁਸੀਂ ਸਭ ਜਾਣਦੇ ਹੋ ਜੀ, ਕੋਈ ਗੱਲ ਨਹੀਂ। ਸਮੇਂ-ਸਮੇਂ ਤੇ ਅਸੀਂ ਜਿਹੜੇ ਕਰਾਂਗੇ ਨਾਲ, ਸਮੇਂ-ਸਮੇਂ ਤੁਹਾਨੂੰ ਦੱਸਦੇ ਰਹੇ। ਭ੍ਰਿਸ਼ਟਾਚਾਰ ਚਰਮ ਤੇ ਹੈ, ਸਮੇਂ-ਸਮੇਂ ਤੇ ਸਭ ਕੁਝ ਦੱਸਦੇ ਰਹਾਂਗੇ ਜੀ। ਅੱਛਾ ਅਸਨੀਲ ਜੀ, ਤੁਸੀਂ ਕੁਝ ਹੋਰ ਕਹਿਣਾ ਚਾਹੋ ਇਹਦੇ ਬਾਰੇ? ਬਸ ਸਰਕਾਰ ਨੂੰ ਜੀ, ਤੁਸੀਂ ਗੱਲ ਕੀਤੀ ਸੀ, ਨੋਟਿਸ ਸਰਕਾਰ ਨੂੰ ਦਿੱਤਾ ਜੀ। ਸਾਡੀ ਸਟੇਟ ਬਾਡੀ ਹਰ 30 ਦਿਨ ਬਾਅਦ ਸਰਕਾਰ ਨੂੰ ਨੋਟਿਸ ਜਾਰੀ ਕਰਦੀ ਹੈ ਸਾਨੂੰ ਸੁਣਨ ਵਾਸਤੇ।
ਲੇਕਿਨ ਸਾਨੂੰ ਟਾਈਮ ਦੇ ਕੇ ਸਰਕਾਰ ਮੁੱਕਰ ਜਾਂਦੀ ਹੈ ਕਿ ਇਹਨਾਂ ਦੀ ਸਾਨੂੰ ਲੋੜ ਨਹੀਂ ਹਲੇ, ਅਗਲੀ ਵਾਰੀ ਮਹੀਨੇ ਬਾਅਦ ਫਿਰ ਟਾਈਮ ਪਾਉਂਦੀ, ਮਹੀਨੇ ਬਾਅਦ ਆ ਜਾਓ। ਸਰਕਾਰ ਇਹਦਾ ਟਾਲਾ ਮਟੋਲਾ 4 ਸਾਲ ਤੋਂ ਕਰ ਰਹੀ ਹੈ, ਇਸ ਕਰਕੇ ਸਾਡੀ ਹੁਣ ਜਿਹੜੀ ਆਰ ਪਾਰ ਦੀ ਲੜਾਈ ਹੈ ਪੰਜਾਬ ਸਰਕਾਰ ਨਾਲ। ਅੱਛਾ, ਜਿਵੇਂ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਇਸ਼ੂ ਹੋਣੇ ਹੁੰਦੇ ਆ, ਕੋਈ ਐਸਸੀ ਸਰਟੀਫਿਕੇਟ ਇਸ਼ੂ ਹੋਣੇ ਹੁੰਦੇ ਆ, तमाम ਕੰਮ ਤੁਹਾਡੇ ਥਰੂ ਹੁੰਦਾ, ਸਰਟੀਫਿਕੇਟ ਬਿਲਕੁਲ ਕੋਈ ਇਸ਼ੂ ਨਹੀਂ ਹੋ ਰਿਹਾ? ਬਿਲਕੁਲ ਜੀ, ਕਿਸੇ ਤਰ੍ਹਾਂ ਦਾ ਕੋਈ ਰਜਿਸਟ੍ਰੇਸ਼ਨ ਵਰਕ, ਐਸਸੀ ਸਰਟੀਫਿਕੇਟ, BC ਸਰਟੀਫਿਕੇਟ, ਕੋਈ ਵੀ ਕੰਮ ਸਰਕਾਰੀ ਕੰਮਕਾਜ ਜਿਹੜਾ ਸਾਡੇ ਮੁਲਾਜ਼ਮ ਨਹੀਂ ਕਰ ਰਹੇ। ਸਿਰਫ ਅਸੀਂ ਕੋਵਿਡ ਦਾ ਕੰਮ, ਉਹ ਵੀ ਅਸੀਂ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦੇ ਹਾਂ, ਕੋਵਿਡ ਦਾ ਕੰਮ ਜ਼ਰੂਰ ਕਰ ਰਹੇ ਹਾਂ, ਘਰ ਬਹਿ ਕੇ ਆਪੋ ਆਪਣੇ, ਪਰ ਦਫ਼ਤਰ ਬਹਿ ਕੇ ਨਹੀਂ। ਤੇ ਤੁਹਾਡੇ ਵੱਲੋਂ ਕੋਈ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ? ਨਹੀਂ, ਡੀ ਸਾਹਿਬ ਨੂੰ ਸਾਡੇ ਵੱਲੋਂ ਕੋਈ ਮੰਗ ਪੱਤਰ ਨਹੀਂ, ਸਾਡੇ ਵੱਲੋਂ ਸਟੇਟ ਬੋਰਡ ਨੂੰ ਜਿਹੜਾ ਮੰਗ ਪੱਤਰ ਆ ਉਹ ਅਸੀਂ ਭੇਜਿਆ ਜੀ ਆਪਣਾ CM ਸਾਹਿਬ ਨੂੰ, ਚੀਫ ਸੈਕਟਰੀ ਸਾਹਿਬ ਨੂੰ, ਪਰ ਅਜੇ ਤੱਕ ਕੋਈ ਸਾਨੂੰ ਇਹਦਾ ਕੋਈ ਵੀ ਬੁਲਾਵਾ, कोई गलबात करने वास्ते नहीं आया जी। ये देखिए, तमाम डिप्टी कमिश्नर कार्यालय की एसोसिएशन है, इनकी ओर से मोटरसाइकिल रैली निकाली जा रही है। माल मंत्री मुर्दाबाद के और पंजाब सरकार मुर्दाबाद के, इन्होंने बैच भी लगा रखे हैं अपने मोटरसाइकिल के ऊपर। इनका ये कहना है कि इस बार ये सरकार के किसी भी झांसे में नहीं आएंगे, अपनी मांगों को मनवा कर रहेंगे। हर बार सरकार इन्हें आश्वासन तो देती थी है, लेकिन इनकी बात नहीं सुनती है, और जो इनकी मांगे हैं वो पिछले कई सालों से लंबित हैं। सरकार को अगर मांगे नहीं माननी थी तो इन्हें आश्वासन क्यों दिया जाता है? इनका ये कहना है कि ये हड़ताल लंबी चलेगी। इसी को लेकर आज राज्य स्तर पर इनकी बैठक भी होने जा रही है, उसमें ये फैसला लिया जाएगा कि आखिरकार ये इसको हड़ताल को लंबी खींचना है या नहीं। अब इनकी ओर से देखिए, ये सब लोग इकट्ठे हुए हैं और ये इनकी तरफ से शहर में ये रैली निकाली जा रही है, और ताकि लोगों को जागरूक किया जा सके कि सरकार जो है अपने वायदों से मुकर रही है। जब सत्ता में आना था तब वायदे और थे, तब सरकारों की बातें और होती हैं, लेकिन अब जब सत्ता में आ चुके हैं और फिर इलेक्शन सर पर हैं और सरकार इनकी मांगों को मान नहीं रही है। इनका यह भी कहना है कि यदि सरकार ने उनकी मांगे नहीं मानी तो सरकार की पोल खोलकर रख दी जाएगी, क्योंकि ये डिप्टी कमिश्नर कार्यालय के लोग हैं, इन्हें सब पता है कहाँ भ्रष्टाचार होता है और कौन लोग कितने पानी में हैं। यदि इन्होंने अपना मुंह खोल दिया और सरकार के खिलाफ आवाज़ बुलंद कर दी तो सरकार के लिए भी मुश्किल हो जाएगी। अमृतसर से D4 न्यूज़ के लिए दीपक भंडारी की खास रिपोर्ट।